ਵੱਡਾ ਭਾਗ ਨਾਉ ਪਾਈਏ। ਵੱਡਿਆਂ ਭਾਗਾਂ ਦੇ ਨਾਲ ਹੀ ਪਾਈ ਨਾਮ ਪ੍ਰਾਪਤ ਕਰੀਦਾ ਹੈ। ਗੁਰਮਤਿ ਸ਼ਬਦ ਸੁਹਾਈ। ਹਜ਼ੂਰ ਕਹਿੰਦੇ ਭਾਈ ਗੁਰਮਤਿ ਨੂੰ ਧਾਰਨ ਕਰਕੇ ਤੇ ਜਿਹੜਾ ਗੁਰੂ ਦਾ ਸ਼ਬਦ ਹੈ ਇਹਦੇ ਨਾਲ ਜੁੜ ਕੇ ਸੁਹਾਈ ਜ਼ਿੰਦਗੀ ਸੁਹਾਵਣੀ ਬਣਦੀ ਹੈ। ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਾ ਸਮਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਗੁਰਮੁਖਾਂ ਦੇ ਮਨ ਵਿੱਚ ਆ ਕੇ ਵਸ ਗਿਆ ਹੈ। ਸਹਿਜੇ ਰਹਿਆ ਸਮਾਈ। ਹੁਣ ਉਹਨਾਂ ਗੁਰਮੁਖਾਂ ਦਾ ਮਨ ਵੀ ਸੁਤੇ ਸਿੱਧ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ। ਇਕ ਨਾ ਮਨ ਮੁਖ ਸ਼ਬਦ ਨਾ ਭਾਵੈ ਬੰਧਨ ਬੰਧ ਪਵਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਐਸੇ ਵੀ ਮਨਮੁਖ ਬੰਦੇ ਹਨ ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਤੇ ਗੁਰੂ ਦਾ ਦੀਖਿਆ ਮੰਤਰ ਪਾਉਂਦਾ ਹੀ ਨਹੀਂ ਹੈ। ਉਹ ਕਹਿੰਦੇ ਸਾਨੂੰ ਤਾਂ ਨਾਮ ਦੀ ਜਾਂ ਕਿਸੇ ਉਪਦੇਸ਼ ਦੀ ਲੋੜ ਹੀ ਨਹੀਂ ਹੈ। ਬੰਧਨ ਬੰਧ ਪਵਾਇਆ ਤੇ ਉਹਨਾਂ ਨੂੰ ਵਾਸ਼ਨਾ ਦੇ ਵਿਕਾਰਾਂ ਦੇ ਪਾਪਾਂ ਦੇ ਬੰਧਨਾਂ ਦੇ ਵਿੱਚ ਬੰਨ੍ਹ ਕੇ ਵਾਹਿਗੁਰੂ ਨੇ ਜੂਨਾਂ ਦੇ ਵਿੱਚ ਪਟਕਾਇਆ ਹੈ। ਲੱਖ 84 ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸੇ ਮਨਮੁਖ ਬੰਦਿਆਂ ਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਤੇ ਇਸ ਸਰੀਰ ਨੂੰ ਛੱਡਣ ਤੋਂ ਬਾਅਦ ਲੱਖ 84 ਫਿਰ ਆਵੇ ਜਿਹੜੀਆਂ 84 ਲੱਖ ਜੂਨਾਂ ਨੇ। ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ। ਇਹਨਾਂ 84 ਲੱਖ ਜੂਨਾਂ ਦੇ ਵਿੱਚ ਮੁੜ ਮੁੜ ਕੇ ਆਉਂਦੇ ਹਨ। ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਭਗਤਾਂ ਦੇ ਮਨ ਦੇ ਵਿੱਚ ਹਮੇਸ਼ਾ ਲਈ ਆਨੰਦ ਪ੍ਰਗਟ ਹੋ ਜਾਂਦਾ ਹੈ। ਕਿਉਂ? ਸੱਚਾ ਸ਼ਬਦ ਰੰਗ ਰਾਤੇ ਗੁਰੂ ਦੇ ਸੱਚੇ ਸ਼ਬਦ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਅਨ ਦਿਨ ਗੁਣ ਗਾਵਹਿ ਸਦ ਨਿਰਮਲ ਸਹਿਜੇ ਨਾਮ ਸਮਾਤੇ। ਉਹ ਗੁਰਮੁਖ ਰਾਤ ਦਿਨ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਤੇ ਵਾਹਿਗੁਰੂ ਦੇ ਗੁਣ ਨਿਰਮਲ ਮਹਾਨ ਪਵਿੱਤਰ ਨੇ। ਸਹਿਜੇ ਨਾਮ ਸਮਾਤੇ ਤੇ ਇਸ ਤਰ੍ਹਾਂ ਰਾਤ ਦਿਨ ਵਾਹਿਗੁਰੂ ਦੇ ਪਵਿੱਤਰ ਗੁਣਾਂ ਨੂੰ ਗਾਉਂਦੇ ਨੇ ਭਾਵ ਉਸ ਦੀ ਸਿਫਤ ਸਲਾਹ ਕਰਦੇ ਹਨ। ਸਹਿਜੇ ਨਾਮ ਸਮਾਤੇ ਤੇ ਫਿਰ ਸਹਿਜੇ ਦਾ ਅਰਥ ਹੈ ਮਨ ਦੀ ਸ਼ਾਂਤ ਤੇ ਇੱਕ ਸਮਾਨ ਅਵਸਥਾ ਦੁਆਰਾ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋਏ ਰਹਿੰਦੇ ਹਨ। ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਜਨ ਹਨ ਉਹ ਆਪਣੀ ਰਸਨਾ ਤੋਂ ਅੰਮ੍ਰਿਤ ਰੂਪ ਬਾਣੀ ਬੋਲਦੇ ਨੇ। ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ ਸਭ ਆਤਮ ਰਾਮ ਪਛਾਣੇ ਤੇ ਸਭ ਨੂੰ ਆਤਮਾ ਸਰੂਪ ਕਰਕੇ ਤੇ ਬ੍ਰਹਮ ਸਰੂਪ ਕਰਕੇ ਪਛਾਣਦੇ ਨੇ। ਇਹਦਾ ਮਤਲਬ ਇਹ ਹੈ ਉਹਨਾਂ ਦੀ ਐਸੀ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਹੈ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਚਾਹੇ ਕੋਈ ਮਨੁੱਖ ਹੈ ਚਾਹੇ ਕੋਈ ਪਸ਼ੂ ਪੰਛੀ ਹੈ ਚਾਹੇ ਕੋਈ ਦਰਿੰਦਾ ਤੇ ਪਰਿੰਦਾ ਹੈ ਉਹ ਸਾਰਿਆਂ ਦੇ ਵਿੱਚ ਹੀ ਆਪਣੀ ਆਤਮਾ ਤੇ ਵਾਹਿਗੁਰੂ ਨੂੰ ਪਛਾਣ ਲੈਂਦੇ ਹਨ। ਏਕੋ ਸੇਵਨ ਏਕ ਆਰਾਧ ਹੈ ਗੁਰਮੁਖ ਅਕਥ ਕਹਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਗੁਰਮੁਖ ਇੱਕ ਵਾਹਿਗੁਰੂ ਦੀ ਹੀ ਸੇਵਾ ਕਰਦੇ ਨੇ ਤੇ ਇੱਕ ਵਾਹਿਗੁਰੂ ਨੂੰ ਹੀ ਆਰਾਧਦੇ ਨੇ। ਗੁਰਮੁਖ ਅਕਥ ਕਹਾਣੀ ਉਹਨਾਂ ਗੁਰਮੁਖਾਂ ਦੀ ਪਾਈ ਕਹਾਣੀ ਅਕਥ ਹੈ ਕਿਉਂਕਿ ਉਹ ਵਾਹਿਗੁਰੂ ਦੇ ਵਿੱਚ ਅਭੇਦ ਜੋ ਹੋ ਗਏ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਆਖੇ ਨੇ ਸੰਤਨ ਕੀ ਮਹਿਮਾ ਕਵਨ ਬਖਾਨੋ ਅਗਾਧ ਬੋਧ ਕਿਛ ਮਿਤ ਨਹੀਂ ਜਾਣੋ। ਜਿਹੜੇ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦਾ ਰੂਪ ਹੋ ਜਾਂਦੇ ਨੇ ਉਹਨਾਂ ਦੀ ਮਹਿਮਾ ਵੀ ਅਕਥ ਹੋ ਜਾਂਦੀ ਹੈ। ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸੱਚਾ ਸਾਹਿਬ ਅਕਾਲ ਪੁਰਖ ਹੈ ਸੇਵੀਐ ਉਹਦੀ ਸੇਵਾ ਕਰਨੀ ਚਾਹੀਦੀ ਹੈ। ਗੁਰਮੁਖ ਵਸੈ ਮਨ ਆਏ ਜਦੋਂ ਅਸੀਂ ਗੁਰੂ ਦੇ ਸਨਮੁਖ ਹੋ ਕੇ ਉਹ ਸੱਚੇ ਸਾਹਿਬ ਪਾਤਸ਼ਾਹ ਦੀ ਸੇਵਾ ਕਰਾਂਗੇ। ਸੇਵਾ ਤੋਂ ਮੁਰਾਦ ਹੈ ਸਿਮਰਨ ਦੀ। ਜਦੋਂ ਅਸੀਂ ਗੁਰੂ ਦੇ ਸਨਮੁਖ ਹੋ ਕੇ ਸੱਚੇ ਸਾਹਿਬ ਦੀ ਸੇਵਾ ਕਰਾਂਗੇ ਵਸੈ ਮਨ ਆਏ
ਤੇ ਫਿਰ ਉਹ ਆਪ ਆ ਕੇ ਸਾਡੇ ਮਨ ਦੇ ਵਿੱਚ ਵਸ ਜਾਵੇਗਾ। ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਦਾ ਰੰਗ ਰਾਤੇ ਸੱਚ ਚੋਂ। ਉਹ ਗੁਰਮੁਖ ਪਿਆਰੇ ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਰੰਗ ਦੇ ਨਾਲ ਰੰਗੇ ਜਾਂਦੇ ਨੇ। ਸਦਾ ਰੰਗ ਰਾਤੇ ਸੱਚ ਸਿਉ, ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਕੇ ਹਮੇਸ਼ਾ ਲਈ ਉਹਦੇ ਪ੍ਰੇਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਆਪਣੀ ਕਿਰਪਾ ਕਰੇ ਮਿਲਾਏ, ਫਿਰ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਕਰਕੇ ਉਹਨਾਂ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਆਪੇ ਕਰੇ ਕਰਾਏ ਆਪੇ, ਇਕ ਨਾ ਸੁਤਿਆਂ ਦੇ ਜਗਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਇਹ ਸਮਝਦੇ ਨੇ ਉਹ ਵਾਹਿਗੁਰੂ ਆਪ ਹੀ ਸਾਰਾ ਕੁਝ ਕਰਦਾ ਹੈ ਤੇ ਆਪ ਹੀ ਕਰਾਉਂਦਾ ਹੈ। ਇੱਕ ਨਾ ਸੁਤਿਆਂ ਦੇ ਜਗਾਏ, ਜੇ ਵਾਹਿਗੁਰੂ ਕਿਸੇ ਤੇ ਪ੍ਰਸੰਨ ਹੋ ਜਾਵੇ ਨਾ, ਤੇ ਇੱਕ ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਨੂੰ ਸੁਤਿਆਂ ਹੋਇਆਂ ਨੂੰ ਜਗਾ ਕੇ ਵੀ ਦਾਤਾਂ ਬਖਸ਼ਿਸ਼ ਕਰ ਦਿੰਦਾ ਹੈ। ਇਹਦਾ ਮਤਲਬ ਇਹ ਹੈ, ਜਦੋਂ ਵਾਹਿਗੁਰੂ ਮੇਰਾਂ ਦੇ ਕਰ ਆਉਂਦਾ ਹੈ, ਸੁਤਿਆਂ ਨੂੰ ਵੀ ਜਗਾ ਕੇ ਦਾਤਾਂ ਬਖਸ਼ਿਸ਼ ਕਰ ਦਿੰਦਾ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ ਵੀ ਇੱਕ ਐਸੇ ਵੀ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ, ਇੱਕ ਨਾ ਸੁਤਿਆਂ ਦੇ ਉਠਾਲ, ਇੱਕ ਨਾ ਨੂੰ ਸੁਤਿਆਂ ਹੋਇਆਂ ਨੂੰ ਉਠਾ ਕੇ ਵਾਹਿਗੁਰੂ ਦਾਤਾਂ ਬਖਸ਼ਿਸ਼ ਕਰ ਦਿੰਦਾ ਹੈ। ਆਪੇ ਮੇਲ ਮਿਲਾਇਂਦਾ ਨਾਨਕ ਸ਼ਬਦ ਸਮਾਏ। ਸੁਤਿਆਂ ਤੋਂ ਮੁਰਾਦ ਹੈ ਜਿਹੜੇ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਨੇ। ਸੁਤੜੇ ਅਸੰਖ ਮਾਇਆ ਝੂਠੀ ਕਾਰਨ, ਤੇ ਸਤਸੰਗਤ ਦੁਆਰਾ ਗੁਰਬਾਣੀ ਦੀ ਸੋਝੀ ਬਖਸ਼ ਕੇ ਉਹਨਾਂ ਨੂੰ ਜਗਾ ਦਿੰਦਾ। ਤੇ ਜਦੋਂ ਫਿਰ ਜਾਗ ਪੈਂਦੇ ਨੇ, ਉਹਨਾਂ ਦਾ ਮਨ ਮੋਹ ਮਾਇਆ ਦੀ ਨੀਂਦ ਤੋਂ ਸਾਵਧਾਨ ਹੋ ਜਾਂਦਾ ਹੈ ਤੇ ਫਿਰ ਉਹ ਵੀ ਨਾਮ ਜਪਣ ਲੱਗ ਪੈਂਦੇ ਨੇ। ਇਸ ਤਰ੍ਹਾਂ ਵਾਹਿਗੁਰੂ ਸੁਤਿਆਂ ਨੂੰ ਵੀ ਜਗਾ ਕੇ ਦਾਤਾਂ ਦਿੰਦਾ ਹੈ, ਆਪੇ ਮੇਲ ਮਿਲਾਇਂਦਾ। ਹਜ਼ੂਰ ਕਹਿੰਦੇ ਵਾਹਿਗੁਰੂ ਆਪ ਹੀ ਗੁਰਮੁਖਾਂ ਨੂੰ ਆਪਣੇ ਮੇਲ ਵਿੱਚ ਮਿਲਾਉਂਦਾ ਹੈ। ਨਾਨਕ ਸ਼ਬਦ ਸਮਾਏ, ਹਜ਼ੂਰ ਕਹਿੰਦੇ ਸ਼ਬਦ ਦੁਆਰਾ ਵਾਹਿਗੁਰੂ ਆਪਣੇ ਵਿੱਚ ਲੀਨ ਕਰਦਾ ਹੈ। ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਸੇਵੀਐ ਮਨ ਨਿਰਮਲਾ ਭਏ ਪਵਿੱਤ ਸਰੀਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਫੇਰ ਸਾਡੇ ਮਨ ਨੂੰ ਉਪਦੇਸ਼ ਦਿੰਦੇ ਹਨ, ਮਨ ਰੇ ਸਤਿਗੁਰ ਸੇਵਨ ਸੰਗ, ਕਿ ਐ ਮਨਾ ਤੂੰ ਨਸੰਗ ਦਾ ਅਰਥ ਹੈ ਨਚਕ, ਬਿਨਾਂ ਸ਼ਰਮ ਤੋਂ, ਭਾਵ ਐਨ ਖੁੱਲ੍ਹ ਕੇ ਸਤਿਗੁਰੂ ਦੀ ਸੇਵਾ ਕਰ। ਕਿਉਂਕਿ ਕਈ ਵਾਰੀ ਜਦੋਂ ਕੋਈ ਪਹਿਲਾਂ ਨਵੇਂ ਸੰਗਤ ਵਿੱਚ ਆਉਂਦੇ ਨੇ ਤੇ ਉਹ ਸੇਵਾ ਕਰਨ ਤੋਂ ਸੰਗ ਵੀ ਮੰਨਦੇ ਆ। ਉਹ ਕਹਿੰਦੇ ਸਾਨੂੰ ਤਾਂ ਸੰਗ ਜੀ ਆਉਂਦੀ ਜੇ ਅਸੀਂ ਸੇਵਾ ਕਰਨ ਲੱਗ ਪਏ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ ਵੀ ਤੁਸੀਂ ਸਤਿਗੁਰੂ ਦੀ ਸੇਵਾ ਦੇ ਵੇਲੇ ਕੋਈ ਸੰਗ ਸ਼ਰਮ ਨਾ ਮੰਨੋ। ਮਨ ਰੇ ਸਤਿਗੁਰ ਸੇਵਨ ਸੰਗ, ਵੀ ਸਤਿਗੁਰੂ ਦੀ ਸੇਵਾ ਤੇ ਨਿਸੰਗ ਹੋ ਕੇ ਕਰਨੀ ਚਾਹੀਦੀ ਹੈ, ਬਿਨਾਂ ਕਿਸੇ ਲੁਕ ਲਪੇਟ ਦੇ, ਬਿਨਾਂ ਕਿਸੇ ਸੰਗ ਸ਼ਰਮ ਦੇ, ਬਿਨਾਂ ਕਿਸੇ ਸੰਕੋਚ ਦੇ, ਐਨ ਖੁੱਲੇ ਤੌਰ ਤੇ ਰੱਜ ਰੱਜ ਕੇ ਸੇਵਾ ਕਰਨੀ ਚਾਹੀਦੀ ਹੈ। ਸਤਿਗੁਰ ਸੇਵਿਆ ਹਰ ਮਨ ਵਸੈ, ਲੱਗਾ ਨਾ ਮੈਲ ਪਤੰਗ। ਹਜ਼ੂਰ ਕਹਿੰਦੇ ਸਤਿਗੁਰੂ ਦੀ ਸੇਵਾ ਕਰਨ ਤੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆ ਕੇ ਮਨ ਦੇ ਵਿੱਚ ਵਸਦਾ ਹੈ, ਤੇ ਜਦੋਂ ਨਾਮ ਆ ਕੇ ਵਸ ਗਿਆ ਲੱਗਾ ਨਾ ਮੈਲ ਪਤੰਗ। ਤੇ ਹਜ਼ੂਰ ਕਹਿੰਦੇ ਪਤੰਗ ਦਾ ਅਰਥ ਹੈ ਕਤਰਾ ਮਾਤਰ ਵੀ, ਰਤਾ ਪਰ ਵੀ ਫੇਰ ਪਾਈ ਉਸ ਨੂੰ ਮੈਲ ਨਹੀਂ ਲੱਗਦੀ। ਜਿਹੜਾ ਪਤੰਗ ਸ਼ਬਦ ਹੈ, ਵਿਦਵਾਨਾਂ ਨੇ ਇਹਨਾਂ ਦੇ ਕਈ ਤਰ੍ਹਾਂ ਦੇ ਅਰਥ ਕੀਤੇ ਨੇ। ਪਤੰਗ ਦਾ ਅਰਥ ਪਹਿਲਾਂ ਮਹਾਂਪੁਰਖ ਇਹੀ ਕਰਦੇ ਸਨ, ਲੱਗਾ ਨਾ ਮੈਲ ਪਤੰਗ। ਪਤੰਗ ਦਾ ਅਰਥ ਹੈ ਕਤਰਾ ਮਾਤਰ ਵੀ, ਰਤਾ ਪਰ ਵੀ ਫਿਰ ਉਹਨਾਂ ਨੂੰ ਮੈਲ ਨਹੀਂ ਲੱਗਦੀ। ਮੁੱਖ ਅਰਥ ਇਹੀ ਸਮਝਣਾ। ਤੇ ਬਾਕੀ ਜਿਹੜੇ ਹੋਰ ਵਿਦਵਾਨਾਂ ਨੇ ਅਰਥ ਕੀਤੇ ਨੇ, ਪਤੰਗ ਦਾ ਅਰਥ ਹੈ ਵੀ ਪ੍ਰਤੀ ਅੰਗ, ਵੀ ਕਿਸੇ ਵੀ ਅੰਗ ਨੂੰ ਉਹਨਾਂ ਦੇ ਅੰਗ ਨੂੰ ਮੈਲ ਨਹੀਂ ਲੱਗਦੀ। ਇਹ ਵੀ ਗਿਆਨੀ ਹਰਬੰਸ ਸਿੰਘ ਜੀ ਨੇ ਇਹ ਅਰਥ ਕੀਤਾ ਹੈ। ਲੱਗਾ ਨਾ ਮੈਲ ਪਤੰਗ, ਜਾਂ ਪਤੰਗ ਦਾ ਅਰਥ ਸੂਰਜ ਵੀ ਕੀਤਾ ਹੈ, ਵੀ ਉਹਨਾਂ ਗੁਰਮੁਖਾਂ ਦਾ ਜੀਵਨ ਪਤੰਗ ਸੂਰਜ ਵਰਗਾ ਹੋ ਜਾਂਦਾ ਹੈ। ਤੇ ਜਿਵੇਂ ਸੂਰਜ ਨੂੰ ਮੈਲ ਨਹੀਂ ਲੱਗਦੀ, ਇਸੇ ਤਰ੍ਹਾਂ ਉਹਨਾਂ ਦੇ ਜੀਵਨ ਨੂੰ ਵੀ ਮੈਲ ਨਹੀਂ ਲੱਗਦੀ। ਕਿਉਂਕਿ ਗਿਆਨ ਖੰਡਮੈ ਗਿਆਨ ਪ੍ਰਚੰਡ, ਵੀ ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਨਾ ਜਾ ਸਕਦਾ, ਇਸੇ ਤਰ੍ਹਾਂ ਜਿੱਥੇ ਬ੍ਰਹਮ ਗਿਆਨ ਦੀ ਅਵਸਥਾ ਆ ਜਾਂਦੀ ਹੈ, ਉੱਥੇ ਪਾਪਾਂ ਦਾ ਹਨੇਰਾ ਵੀ, ਪਾਪਾਂ ਦੀ ਮੈਲ ਵੀ ਨਹੀਂ ਜਾ ਸਕਦੀ।
ਐਸੀ ਗੁਰਮੁਖਾਂ ਨੂੰ ਉੱਚੀ ਸੁੱਚੀ ਅਵਸਥਾ ਪ੍ਰਾਪਤ ਹੁੰਦੀ ਹੈ। ਅਥਵਾ ਲੱਗੈ ਨਾ ਮੈਲ ਪਤੰਗ, ਪਤੰਗ ਜਿਵੇਂ ਕੋਈ ਬੱਚੇ ਉਹ ਕਾਗਜ਼ ਦੀਆਂ ਗੁੱਡੀਆਂ ਜੀਆਂ ਬਣਾ ਕੇ ਉਡਾਉਂਦੇ ਨੇ, ਉਹਨਾਂ ਨੂੰ ਵੀ ਪਤੰਗ ਕਹਿੰਦੇ ਨੇ। ਪੰਜਾਬੀ ਵਿੱਚ ਕਹਿੰਦੇ ਪਤੰਗ ਉਡਾਉਂਦੇ ਨੇ ਬੱਚੇ। ਲੱਗਾ ਨਾ ਮੈਲ ਪਤੰਗ, ਹਜ਼ੂਰ ਕਹਿੰਦੇ ਉਹਨਾਂ ਦਾ ਮਨ ਜਦੋਂ ਅਰਸ਼ਾਂ ਦੇ ਵਿੱਚ ਪਤੰਗ ਵਾਂਗ ਉਡਾਰੀਆਂ ਮਾਰਦਾ ਹੈ, ਉਹਨਾਂ ਦੀ ਡੋਰ ਵਾਹਿਗੁਰੂ ਦੇ ਨਾਲ ਜੁੜੀ ਹੋਈ ਹੁੰਦੀ ਹੈ। ਇਸੇ ਲਈ ਫਿਰ ਉਹਨਾਂ ਨੂੰ ਕੋਈ ਮੈਲ ਨਹੀਂ ਲੱਗ ਸਕਦੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਰੰਭ ਤੋਂ ਫਰਮਾਉਂਦੇ ਨੇ, ਸਤਿਗੁਰ ਸੇਵਿਆ ਮਨ ਨਿਰਮਲਾ ਪਏ ਪਵਿੱਤ ਸਰੀਰ। ਵੀ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਸਾਡਾ ਮਨ ਨਿਰਮਲ ਹੋ ਗਿਆ ਹੈ, ਤੇ ਮਨ ਹੀ ਨਿਰਮਲ ਨਹੀਂ ਹੋਇਆ, ਪਏ ਪਵਿੱਤ ਸਰੀਰ, ਵੀ ਸਾਡੇ ਸਰੀਰ ਵੀ ਪਵਿੱਤਰ ਹੋ ਗਏ। ਭਾਵ ਜਿਨ੍ਹਾਂ ਨੇ ਸੇਵਾ ਕੀਤੀ, ਸੇਵਾ ਕਰਕੇ ਮਨ ਵੀ ਨਿਰਮਲ ਹੋ ਜਾਂਦਾ ਹੈ ਤੇ ਸਰੀਰ ਵੀ ਪਵਿੱਤਰ ਹੋ ਜਾਂਦੇ ਨੇ। ਜਿਵੇਂ ਇੱਕ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਭਾਈ ਸਾਹਿਬ ਭਾਈ ਮਨੀ ਸਿੰਘ ਜੀ 7 ਸਾਲ ਦੀ ਉਮਰ ਸੀ, ਆਪਣੇ ਮਾਤਾ ਪਿਤਾ ਦੇ ਨਾਲ ਅਨੰਦਪੁਰ ਸਾਹਿਬ ਆਏ ਔਰ ਉੱਥੇ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਮਨ ਬਹੁਤ ਪ੍ਰਭਾਵਿਤ ਹੋਇਆ। ਜਦੋਂ ਮਾਤਾ ਪਿਤਾ ਵਾਪਸ ਜਾਣ ਲੱਗੇ ਤਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਅਸਾਂ ਤੇ ਵਾਪਸ ਨਹੀਂ ਜਾਣਾ, ਅਸਾਂ ਤੇ ਸਤਿਗੁਰੂ ਦੇ ਕੋਲ ਹੀ ਰਹਿਣਾ। ਅਖੀਰ ਜਦੋਂ ਮੱਲੋ ਮੱਲੀ ਉਹਨਾਂ ਨੂੰ ਘਰ ਦੇ ਲਿਜਾਣ ਲੱਗੇ ਔਰ ਉਹ ਬੱਚਿਆਂ ਵਾਂਗੂ ਰੋਂਦੇ ਰੋਂਦੇ ਸਤਿਗੁਰੂ ਦੇ ਪਾਸ ਆ ਗਏ, ਤੇ ਸਤਿਗੁਰੂ ਨੇ ਉਹਨਾਂ ਵੱਲ ਦ੍ਰਿਸ਼ਟੀ ਕੀਤੀ, ਸਮਝ ਗਏ ਵੀ ਇਹ ਵੀ ਹੋਣਹਾਰ ਗੁਰਸਿੱਖ ਨੇ, ਠੀਕ ਹੈ, ਇਹਨਾਂ ਨੂੰ ਕੋਲ ਹੀ ਰੱਖਣਾ ਚਾਹੀਦਾ। ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਇਸ ਗੱਲ ਤੋਂ ਗੁਰੂ ਮਹਾਰਾਜ ਨੇ ਅੰਦਾਜ਼ਾ ਲਾਇਆ ਵੀ ਇਹਦੇ ਅੰਦਰ ਹੁਣ ਇੰਨਾ ਪ੍ਰੇਮ ਹੈ, ਅੱਗੇ ਪਤਾ ਨਹੀਂ ਇਹ ਕਿੰਨੀ ਸਿੱਖੀ ਦੀ ਸੇਵਾ ਕਰਨਗੇ। ਸਤਿਗੁਰੂ ਨੇ ਮਾਤਾ ਪਿਤਾ ਨੂੰ ਕਹਿ ਦਿੱਤਾ ਵੀ ਇਸ ਭਚੰਗੀ ਭਾਈ ਮਨੀ ਸਿੰਘ ਨੂੰ ਸਾਡੇ ਕੋਲ ਛੱਡ ਜਾਓ। ਮਾਤਾ ਪਿਤਾ ਆਗਿਆਕਾਰੀ ਸਨ, ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਸਤਿਗੁਰੂ ਦੇ ਕੋਲ ਛੱਡ ਦਿੱਤਾ। ਆ ਵਾਪਸ ਚਲੇ ਗਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਸਿੰਘ ਦੀ ਡਿਊਟੀ ਲਾਈ, ਭਾਈ ਮਨੀ ਸਿੰਘ ਜੀ ਨੂੰ ਉਹ ਨਿਤਨੇਮ ਦੀ ਸੰਥਿਆ ਕਰਵਾਵੇ, ਤੇ ਉਸ ਸਿੰਘ ਨੇ ਭਾਈ ਮਨੀ ਸਿੰਘ ਜੀ ਨੂੰ ਨਿਤਨੇਮ ਦੀ ਸੰਥਿਆ ਯਾਦ ਕਰਵਾਈ। ਭਾਈ ਮਨੀ ਸਿੰਘ ਜੀ ਇੰਨੇ ਰੌਸ਼ਨ ਦਿਮਾਗ ਸਨ, ਇੰਨੀ ਤੀਕਸ਼ਣ ਬੁੱਧੀ ਦੇ ਮਾਲਕ ਸਨ, ਜਦੋਂ ਇੱਕ ਵਾਰੀ ਸੰਥਿਆ ਕਰ ਲੈਂਦੇ ਉਸੇ ਵੇਲੇ ਉਹਨਾਂ ਨੂੰ ਜ਼ੁਬਾਨੀ ਯਾਦ ਹੋ ਜਾਂਦੀ। ਐਸੀ ਸਤਿਗੁਰੂ ਦੀ ਕਿਰਪਾ ਸੀ। ਉਸ ਦੀ ਤੀਕਸ਼ਣ ਬੁੱਧੀ ਵੇਖ ਕੇ ਇੱਕ ਦਿਨ ਕਿਸੇ ਗੁਰਸਿੱਖ ਨੇ ਕਲਗੀਧਰ ਪਾਤਸ਼ਾਹ ਦੇ ਪਾਸ ਜਾ ਕੇ ਵੀ ਤਾਰੀਫ ਕੀਤੀ। ਕਹਿਣ ਲੱਗਾ, ਮਹਾਰਾਜ ਇਹ ਭਚੰਗੀ ਬੜਾ ਹੋਣਹਾਰ ਹੈ, ਇਹਦੀ ਬੁੱਧੀ ਬਹੁਤ ਉਜਲ ਹੈ, ਇੱਕ ਵਾਰੀ ਬਾਣੀ ਦੀ ਸੰਥਿਆ ਕਰਦਾ ਤੇ ਜ਼ੁਬਾਨੀ ਯਾਦ ਹੋ ਜਾਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਫਿਰ ਭਾਈ ਮਨੀ ਸਿੰਘ ਜੀ ਨੂੰ ਆਪਣੇ ਕੋਲ ਸੱਦਿਆ। ਕਹਿਣ ਲੱਗੇ, ਭਾਈ ਮਨੀ ਸਿੰਘ ਜੀ, ਅੱਜ ਤੋਂ ਬਾਅਦ ਤੁਸਾਂ ਸੰਗਤ ਦੇ ਝੂਠੇ ਭਾਂਡੇ ਮਾਂਜਣ ਦੀ ਸੇਵਾ ਕਰਨੀ ਹੈ। ਤੇ ਭਾਈ ਮਨੀ ਸਿੰਘ ਜੀ ਹੁਣ ਲੰਗਰ ਵਿੱਚ ਚਲੇ ਗਏ, ਜਾ ਕੇ ਸੰਗਤਾਂ ਦੇ ਝੂਠੇ ਭਾਂਡੇ ਮਾਂਜਣ ਲੱਗ ਪਏ। ਲਗਾਤਾਰ ਹੁਣ ਸੰਗਤਾਂ ਵੀ ਰੋਜ਼ ਆਉਂਦੀਆਂ ਜਾਂਦੀਆਂ ਨੇ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲੰਗਰ ਦੇ ਭਾਂਡੇ ਮਾਂਜਦੇ ਰਹਿੰਦੇ ਨੇ। ਹੁਣ ਸੰਥਿਆ ਦਾ ਵਕਤ ਨਹੀਂ ਮਿਲਦਾ। ਫਿਰ ਉਸ ਸਿੰਘ ਨੇ ਜਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ ਭਚੰਗੀ ਬੜਾ ਹੋਣਹਾਰ ਹੈ, ਰੋਸ਼ਨ ਦਿਮਾਗ ਹੈ, ਬੁੱਧੀ ਬੜੀ ਤੀਕਸ਼ਣ ਹੈ, ਤੁਸੀਂ ਇਸ ਨੂੰ ਭਾਂਡੇ ਮਾਂਜਣ ਹੀ ਲਾ ਛੱਡਿਆ ਤੇ ਇਸ ਨੂੰ ਤੁਸੀਂ ਗੁਰਮਤਿ ਦੀ ਵਿਦਿਆ ਪੜਾਓ। ਤਾਂ ਕਲਗੀਧਰ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਭਲਿਆ ਲੋਕਾ, ਜਿੰਨਾ ਵੀ ਕੋਈ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸੇਵਾ ਕਰਦਾ ਹੈ ਤੇ ਉਨੀ ਉਹਦੀ ਬੁੱਧੀ ਵੀ ਉਜਲ ਹੁੰਦੀ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਜਿਸ ਬੁੱਧੀ ਨੇ ਅੱਗੇ ਗੁਰਮਤਿ ਦੇ ਗਿਆਨ ਦੀ ਰੋਸ਼ਨੀ ਨੂੰ ਹਾਸਲ ਕਰਨਾ ਹੈ, ਉਹ ਬੁੱਧੀ ਬਹੁਤ ਨਿਰਮਲ ਹੋਣੀ ਚਾਹੀਦੀ ਹੈ। ਇਸੇ ਲਈ ਅਸੀਂ ਉਹਨੂੰ ਸੇਵਾ ਦੇ ਵਿੱਚ ਲਾਇਆ ਹੈ। ਕੁਝ ਸਮਾਂ ਸੇਵਾ ਕਰਦੇ ਰਹੇ ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਹੁਣ ਭਾਈ ਮਨੀ ਸਿੰਘ ਜੀ ਦਾ ਮਨ ਵੀ ਨਿਰਮਲ ਹੋ ਗਿਆ ਤੇ ਬੁੱਧੀ ਵੀ ਉਜਲ ਹੋ ਗਈ, ਫਿਰ ਉਹਨੂੰ ਗੁਰਬਾਣੀ ਦੀ ਸੰਥਿਆ ਪੜ੍ਹਨ ਪੜਾਉਣ ਦੇ ਵਾਸਤੇ ਲਾ ਦਿੱਤਾ। ਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਚਨ ਕੀਤਾ। ਕਹਿਣ ਲੱਗੇ, ਖਾਲਸਾ ਜੀ, ਜਿਵੇਂ ਜਿਵੇਂ ਗੁਰਸਿੱਖ ਮਾਈ ਭਾਈ ਕੋਈ ਲੰਗਰ ਦੇ ਝੂਠੇ ਭਾਂਡੇ ਮਾਂਜਦਾ ਹੈ, ਉਹਦੇ ਨਾਲ ਉਹਦਾ ਮਨ ਵੀ ਮਾਂਜਿਆ ਜਾਂਦਾ ਹੈ ਔਰ ਉਹਦੇ ਹੱਥ ਵੀ ਪਵਿੱਤਰ ਹੁੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਬਿਨ ਸੇਵਾ ਤੇਰੇ ਹੱਥ ਪੈਰ ਹੋ ਨੇਫਲ ਕਰਨੀ।
ਬਿਨਾਂ ਸੇਵਾ ਤੋਂ ਹੱਥ ਪੈਰ ਕਦੀ ਵੀ ਸਫਲ ਨਹੀਂ ਹੋ ਸਕਦੀ। ਇੱਕ ਇਤਿਹਾਸ ਵਿੱਚ ਹੋਰ ਵੀ ਪ੍ਰਸੰਗ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਇਕਾਂਤ ਅਸਥਾਨ ਬੈਠ ਕੇ ਭਜਨ ਕਰ ਰਹੇ ਸਨ ਤੇ ਭਾਈ ਮਰਦਾਨਾ ਵੀ ਕੋਲ ਬੈਠਾ ਹੈ। ਜੰਗਲ ਦੇ ਵਿੱਚ ਬੈਠੇ ਸਨ ਤੇ ਇੱਕ ਉੱਥੇ ਕੋਈ ਮੁਰਦਾ ਪਿਆ ਸੀ। ਉਹਦੇ ਕੋਲੇ ਬਘਿਆੜ ਆਇਆ ਤੇ ਉਸ ਬਘਿਆੜ ਨੇ ਆ ਕੇ ਪਹਿਲਾਂ ਉਹਦੇ ਪੈਰ ਸੁੰਘੇ, ਫਿਰ ਹੱਥ ਸੁੰਘੇ, ਫਿਰ ਸਿਰ ਸੁੰਘਿਆ ਤੇ ਫਿਰ ਉਸ ਨੂੰ ਛੱਡ ਕੇ ਵਾਪਸ ਚਲਿਆ ਗਿਆ। ਭਾਈ ਮਰਦਾਨਾ ਇਹ ਸਾਰਾ ਕੌਤਕ ਵੇਖ ਰਿਹਾ ਸੀ। ਉਹ ਕਹਿਣ ਲੱਗਾ, ਮਹਾਰਾਜ ਵੀ ਇਹ ਮੁਰਦਾ ਪਿਆ ਹੈ ਤੇ ਬਘਿਆੜ ਆਇਆ, ਉਹ ਵੀ ਮਾਸਾਹਾਰੀ ਇੱਕ ਜਾਨਵਰ ਹੈ, ਪਰ ਉਹ ਇਸ ਮੁਰਦੇ ਨੂੰ ਸੂੰਘ ਕੇ ਛੱਡ ਗਿਆ। ਇਹਦਾ ਕੀ ਕਾਰਨ? ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਾ ਇਹਦਾ ਕਾਰਨ ਇਹ ਹੈ, ਇਸ ਬਘਿਆੜ ਨੇ ਗੁਰਬਾਣੀ ਦਾ ਕੀਰਤਨ ਸੁਣਿਆ ਸੀ ਤੇ ਕੀਰਤਨ ਸੁਣ ਕੇ ਇਹਦਾ ਵੀ ਮਨ ਇੰਨਾ ਨਿਰਮਲ ਹੋ ਗਿਆ, ਇਹਦੀ ਆਤਮਾ ਵੀ ਨਿਰਮਲ ਹੋ ਗਈ। ਉਹ ਪੁੰਨ ਪਾਪ ਨੂੰ ਸਮਝਣ ਲੱਗ ਪਈ। ਇਹ ਜਿਹੜਾ ਮੁਰਦਾ ਪਿਆ ਹੈ ਨਾ, ਵੀ ਇਹ ਉਸ ਕਿਸੇ ਮਨਮੁਖ ਦਾ ਸਰੀਰ ਹੈ ਜਿਸਨੇ ਕਦੇ ਸੰਗਤ ਵਿੱਚ ਜਾ ਕੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ ਤੇ ਨਾ ਹੀ ਕਦੇ ਹੱਥਾਂ ਦੇ ਨਾਲ ਸੇਵਾ ਕੀਤੀ ਤੇ ਨਾ ਹੀ ਰਸਨਾ ਦੁਆਰਾ ਕਦੇ ਨਾਮ ਜਪਿਆ, ਨਾ ਹੀ ਪੈਰਾਂ ਦੇ ਨਾਲ ਗੁਰੂ ਘਰ ਵੱਲ ਚੱਲ ਕੇ ਗਿਆ। ਹੁਣ ਉਸ ਬਘਿਆੜ ਨੇ ਸੋਚਿਆ ਵੀ ਇਹਦੇ ਤਾਂ ਸਾਰੇ ਹੀ ਸਰੀਰ ਦੇ ਅੰਗ ਅਪਵਿੱਤਰ ਨੇ ਤੇ ਜੇ ਮੈਂ ਇਸ ਨੂੰ ਖਾ ਲਿਆ ਤੇ ਕਿਧਰੇ ਮੈਨੂੰ ਵੀ ਪਾਪ ਨਾ ਚੜ ਜਾਵੇ। ਇਸ ਲਈ ਉਸ ਮੁਰਦੇ ਨੂੰ ਉਂਝ ਹੀ ਛੱਡ ਕੇ ਚਲਿਆ ਗਿਆ। ਇਥੋਂ ਪਤਾ ਲੱਗਦਾ ਵੀ ਸੇਵਾ ਦੇ ਨਾਲ ਕਿਵੇਂ ਸਾਡੇ ਸਰੀਰ ਤੇ ਮਨ ਦੀ ਪਵਿੱਤਰਤਾ ਹੁੰਦੀ ਹੈ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਕੋਲ ਕਿਸੇ ਚੰਗੇ ਧਨਾੜ ਪੁਰਸ਼ ਦਾ ਪੁੱਤਰ ਆਇਆ। ਦੁਪਹਿਰ ਦਾ ਵਕਤ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵੇਲੇ ਆਰਾਮ ਕਰ ਰਹੇ ਸਨ ਤੇ ਸੇਵਾਦਾਰ ਇੱਧਰ ਉੱਧਰ ਕਿਧਰੇ ਕਿਸੇ ਕੰਮਕਾਰ ਦੇ ਵਿੱਚ ਲੱਗੇ ਹੋਏ ਸਨ। ਸਤਿਗੁਰੂ ਦੀ ਅਚਾਨਕ ਅੱਖ ਖੁੱਲੀ ਤੇ ਆਵਾਜ਼ ਦਿੱਤੀ, ਕੋਈ ਹੈ ਸੇਵਾਦਾਰ? ਸਾਨੂੰ ਪਾਣੀ ਦੀ ਪਿਆਸ ਲੱਗੀ ਆ, ਸਾਨੂੰ ਜਲ ਲਿਆ ਕੇ ਛਕਾਵੇ। ਤੇ ਉਸ ਵੇਲੇ ਸੇਵਾਦਾਰ ਤੇ ਕੋਲ ਹਾਜ਼ਰ ਨਹੀਂ ਸੀ। ਉਹ ਜਿਹੜਾ ਕਿਸੇ ਸ਼ਾਹੂਕਾਰ ਦਾ ਨੌਜਵਾਨ ਲੜਕਾ ਸੀ, ਉਹਨੇ ਆਵਾਜ਼ ਸੁਣੀ। ਉਹ ਲੰਗਰ ਵਿੱਚ ਗਿਆ ਤੇ ਕਟੋਰਾ ਭਰ ਕੇ ਪਾਣੀ ਦਾ ਸਤਿਗੁਰੂ ਦੇ ਪਾਸ ਲੈ ਆਇਆ। ਕਹਿਣ ਲੱਗਾ, ਲਓ ਮਹਾਰਾਜ ਆ ਛਕੋ। ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਉਸ ਦੇ ਹੱਥਾਂ ਵੱਲ ਤੱਕਿਆ, ਉਹਦੇ ਸੋਹਰ ਸਰੀਰ ਵੱਲ ਤੱਕਿਆ ਤੇ ਕਹਿਣ ਲੱਗੇ, ਭਲਿਆ ਲੋਕਾ ਕਦੇ ਸੇਵਾ ਕੀਤੀ? ਕਹਿੰਦਾ, ਨਹੀਂ ਮਹਾਰਾਜ, ਅੱਜ ਪਹਿਲਾ ਮੌਕਾ ਹੈ ਕਿ ਮੈਂ ਤੁਹਾਨੂੰ ਲਿਆ ਕੇ ਜਲ ਛਕਾਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰੇ ਹੱਥ ਦਾ ਜਲ ਸਾਨੂੰ ਪ੍ਰਵਾਨ ਨਹੀਂ। ਫੜ ਕੇ ਕਟੋਰਾ ਉੱਥੇ ਹੀ ਡੋਲ ਦਿੱਤਾ। ਉਹ ਹੈਰਾਨ ਹੋਇਆ, ਕਹਿੰਦਾ, ਮਹਾਰਾਜ ਇਹਦਾ ਕੀ ਕਾਰਨ? ਸਤਿਗੁਰੂ ਕਹਿਣ ਲੱਗੇ, ਸੇਵਾ ਦੇ ਨਾਲ ਹੀ ਹੱਥ ਪਵਿੱਤਰ ਹੁੰਦੇ ਨੇ, ਸੇਵਾ ਨਾਲ ਹੀ ਸਰੀਰ ਪਵਿੱਤਰ ਹੁੰਦਾ ਹੈ, ਸੇਵਾ ਦੇ ਨਾਲ ਹੀ ਮਨ ਪਵਿੱਤਰ ਹੁੰਦਾ ਹੈ, ਤੇ ਤੂੰ ਸੇਵਾ ਕੀਤੀ ਹੀ ਨਹੀਂ। ਇਸ ਲਈ ਸੇਵਾ ਕਰਨੀ ਚਾਹੀਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਆਪ ਮਹਾਨ ਸੇਵਾ ਦੇ ਪੁੰਜ ਨੇ, ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਸਤਿਗੁਰ ਸੇਵਿਆ ਮਨ ਨਿਰਮਲਾ ਪਏ ਪਵਿੱਤ ਸਰੀਰ। ਗੁਰਮੁਖੋ ਸਤਿਗੁਰੂ ਦੀ ਸੇਵਾ ਕਰਨ ਤੋਂ ਮਨ ਵੀ ਨਿਰਮਲ ਹੋ ਗਿਆ ਤੇ ਸਾਡੇ ਸਰੀਰ ਵੀ ਪਵਿੱਤਰ ਹੋ ਗਏ। ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੇ ਮਨ ਦੇ ਵਿੱਚ ਵੀ ਆਨੰਦ ਪ੍ਰਗਟ ਹੋ ਗਿਆ ਤੇ ਅਸੀਂ ਸदैवी ਸੁਖ, ਸੱਚਾ ਸੁਖ ਪ੍ਰਾਪਤ ਕਰ ਲਿਆ ਹੈ। ਭੇਟਿਆ ਗਹਿਰ ਗੰਭੀਰ, ਕਿਉਂਕਿ ਜਿਹੜਾ ਸਮੁੰਦਰ ਵਾਂਗੂ ਗਹਿਰ ਗੰਭੀਰ, ਗਹਿਰ ਦਾ ਅਰਥ ਹੁੰਦਾ ਹੈ ਨਿਰਹਲ ਤੇ ਗੰਭੀਰ ਦਾ ਅਰਥ ਹੁੰਦਾ ਡੂੰਘਾ। ਵੀ ਜਿਹੜਾ ਆਤੁਲ ਤੇ ਆਸਪਰਸ਼ ਗਹਿਰ ਗੰਭੀਰ ਅਕਾਲ ਪੁਰਖ ਵਾਹਿਗੁਰੂ ਵੀ ਆਪ ਆ ਕੇ ਮਿਲ ਗਿਆ। ਸੱਚੀ ਸੰਗਤ ਬੈਸਣਾ, ਸੱਚ ਨਾਮ ਮਨ ਧੀਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੱਚੀ ਸੰਗਤ ਦੇ ਵਿੱਚ ਬੈਠਣਾ ਚਾਹੀਦਾ ਹੈ। ਆਹ ਹੈ ਸੱਚੀ ਸੰਗਤ, ਜਿੱਥੇ ਗੁਰਬਾਣੀ ਦੀ ਵਿਚਾਰ ਹੁੰਦੀ ਹੈ, ਗੁਰਬਾਣੀ ਦੀ ਚਰਚਾ ਹੁੰਦੀ ਹੈ। ਹਜ਼ੂਰ ਕਹਿੰਦੇ, ਭਾਈ ਸੱਚੀ ਸੰਗਤ ਵਿੱਚ ਬੈਠਣਾ ਚਾਹੀਦਾ ਹੈ। ਸੱਚ ਨਾਮ ਮਨ ਧੀਰ, ਤੇ ਸੱਚੀ ਸੰਗਤ ਵਿੱਚ ਬੈਠ ਕੇ ਸੱਚੇ ਨਾਮ ਦੇ ਨਾਲ ਜੁੜ ਕੇ ਮਨ ਧੀਰ, ਮਨ ਨੂੰ ਧੀਰਜ ਪ੍ਰਾਪਤ ਹੋ ਜਾਂਦਾ ਹੈ। ਮਨ ਰੇ ਸਤਿਗੁਰ ਸੇਵ ਨਿਸੰਗ, ਸਤਿਗੁਰ ਸੇਵਿਐ ਹਰ ਮਨ ਵਸੈ,
ਲਗੈ ਨ ਮੈਲ ਪਤੰਗ ਰਹਾਉ। ਸਚੈ ਸ਼ਬਦ ਪਤ ਊਪਜੈ ਸੱਚੇ ਸੱਚਾ ਨਾਉ। ਸਾਹਿਬ ਸਤਿਗੁਰੂ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ ਕਿ ਐ ਮਨਾ ਤੂੰ ਸਤਿਗੁਰੂ ਦੀ ਸੇਵਾ ਨਿਸੰਗ ਹੋ ਕੇ ਕਰ, ਭਾਵ ਬਿਨਾਂ ਕਿਸੇ ਸੰਕੋਚ ਤੋਂ ਐਨ ਖੁੱਲ ਕੇ ਸੇਵਾ ਕਰ। ਸਤਿਗੁਰ ਸੇਵੇ ਹਰ ਮਨ ਵਸੈ। ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਵਾਹਿਗੁਰੂ ਦਾ ਨਾਮ ਤੇ ਵਾਹਿਗੁਰੂ ਆਪ ਆ ਕੇ ਮਨ ਦੇ ਵਿੱਚ ਵਸਦਾ ਹੈ। ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਲੱਗਾ ਨਾ ਮੈਲ ਪਤੰਗ, ਤੇ ਪਤੰਗ ਦਾ ਅਰਥ ਹੈ ਫਿਰ ਰਤਾ ਪਰ ਵੀ ਮੈਲ ਨਹੀਂ ਲੱਗੇਗੀ, ਜਾਂ ਪਤੰਗ ਦਾ ਅਰਥ ਸਰੀਰ ਵੀ ਕੀਤਾ ਹੈ ਕੁਝ ਵਿਦਵਾਨਾਂ ਨੇ, ਵੀ ਉਸ ਦੇ ਸਰੀਰ ਨੂੰ ਕਿਸੇ ਕਿਸਮ ਦੀ ਮੈਲ ਨਹੀਂ ਲੱਗ ਸਕਦੀ। ਜਿਨੀ ਹਉ ਮੈਂ ਰਹਾਉ ਰਹਾਉ ਸਚੈ ਸ਼ਬਦ ਪਤ ਊਪਜੈ ਸੱਚੇ ਸੱਚਾ ਨਾਉ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਭਾਈ ਸੱਚੇ ਸ਼ਬਦ ਦੁਆਰਾ ਹੀ ਅਸਲੀ ਜਿਹੜੀ ਇੱਜ਼ਤ ਹੈ, ਊਪਜੈ ਦਾ ਅਰਥ ਹੈ ਪ੍ਰਗਟ ਹੁੰਦੀ ਹੈ। ਸੱਚੇ ਸੱਚਾ ਨਾਉ, ਤੇ ਸੱਚੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੱਚਾ ਨਾਮ ਪ੍ਰਾਪਤ ਹੁੰਦਾ ਹੈ। ਜਿਨੀ ਹਉ ਮੈਂ ਮਾਰ ਪਛਾਣਿਆ ਹਉ ਤਿਨ ਬਲਿਹਾਰੈ ਜਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਹਉਮੈ ਨੂੰ ਮਾਰ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ ਹੈ, ਹਉ ਤਿਨ ਬਲਿਹਾਰੈ ਜਾਉ। ਅਸੀਂ ਉਹਨਾਂ ਗੁਰਮੁਖਾਂ ਤੋਂ ਬ੍ਰਹਮ ਗਿਆਨੀਆਂ ਤੋਂ ਬਲਿਹਾਰ ਜਾਣੇ ਹਾਂ। ਮਨ ਮੁਖ ਸੱਚ ਨਾ ਜਾਣਨੀ ਤਿਨ ਠੌਰ ਨ ਕਤਹੂ ਥਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਲੋਕ ਨੇ ਉਹ ਸੱਚ ਨੂੰ ਜਾਣ ਹੀ ਨਹੀਂ ਸਕਦੇ। ਸੱਚ ਕੀ ਹੈ? ਪਰਮਾਤਮਾ। ਆਦ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ। ਮਨਮੁਖ ਉਹ ਸੱਚ ਨੂੰ ਜਾਣ ਨਹੀਂ ਸਕਦੇ। ਤਿਨ ਠੌਰ ਨਾ ਕਤਹੂ ਥਾਉ, ਇਸ ਲਈ ਉਹਨਾਂ ਨੂੰ ਨਾ ਇੱਥੇ ਕੋਈ ਟਿਕਾਣਾ ਮਿਲਦਾ ਹੈ ਹਮੇਸ਼ਾ ਰਹਿਣ ਲਈ, ਤੇ ਨਾ ਹੀ ਦਰਗਾਹ ਦੇ ਵਿੱਚ ਕੋਈ ਉਹਨਾਂ ਨੂੰ ਜਗ੍ਹਾ ਪ੍ਰਾਪਤ ਹੁੰਦੀ ਹੈ। ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖਾਂ ਦਾ ਸੱਚੇ ਹੀ ਵਿੱਚ ਵਾਸ, ਉਹ ਸੱਚੇ ਨਾਮ ਦੇ ਵਿੱਚ ਹੀ ਵਾਸਾ ਹੁੰਦਾ। ਇਸੇ ਲਈ ਸੱਚ ਖਾਣਾ, ਉਹ ਸੱਚੇ ਨਾਮ ਦਾ ਹੀ ਅੰਮ੍ਰਿਤ ਭੋਜਨ ਛਕਦੇ ਨੇ, ਤੇ ਸੱਚ ਪਹਿਨਣਾ ਤੇ ਸੱਚੇ ਨਾਮ ਦੀ ਹੀ ਰੂਹਾਨੀ ਪੁਸ਼ਾਕ ਪਹਿਨਦੇ ਨੇ। ਇਸ ਤਰ੍ਹਾਂ ਗੁਰਮੁਖ ਨਾਮ ਦਾ ਹੀ ਅੰਮ੍ਰਿਤ ਭੋਜਨ ਛਕਦੇ ਨੇ ਤੇ ਵਾਹਿਗੁਰੂ ਦੀ ਸਿਫਤ ਸਲਾਹ ਦੀ ਸੱਚੀ ਪੁਸ਼ਾਕ ਪਹਿਨਦੇ ਹਨ। ਸਦਾ ਸੱਚਾ ਸਾਲਾਹਣਾ ਸੱਚੈ ਸ਼ਬਦ ਨਿਵਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਦਾ ਸੱਚਾ ਸਾਲਾਹਣਾ, ਗੁਰਮੁਖ ਹਮੇਸ਼ਾ ਲਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸਲਾਹੁੰਦੇ ਨੇ। ਸੱਚਾ ਸ਼ਬਦ ਨਿਵਾਸ, ਤੇ ਸੱਚੇ ਸ਼ਬਦ ਦੁਆਰਾ ਉਹਨਾਂ ਦਾ ਵਾਹਿਗੁਰੂ ਵਿੱਚ ਨਿਵਾਸ ਟਿਕਾਓ ਹੋ ਜਾਂਦਾ ਹੈ। ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਨੇ ਗੁਰਮਤ ਨੂੰ ਧਾਰਨ ਕਰਕੇ ਆਪਣੇ ਨਿਜ ਘਰ ਤੁਰਿਆ ਪਦ ਵਿੱਚ ਨਿਵਾਸ ਹਾਸਲ ਕਰ ਲਿਆ ਹੈ, ਜਿਸ ਦਾ ਸਦਕਾ ਸਭ ਆਤਮ ਰਾਮ ਪਛਾਣਿਆ। ਹੁਣ ਉਹਨਾਂ ਨੇ ਸਾਰੇ ਸੰਸਾਰ ਨੂੰ ਆਤਮਾ ਰੂਪ ਕਰਕੇ ਤੇ ਫਿਰ ਬ੍ਰਹਮ ਰੂਪ ਕਰਕੇ ਪਛਾਣ ਲਿਆ ਹੈ। ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਸੱਚ ਵੇਖਣ, ਸੱਚ ਨੂੰ ਹੀ ਵੇਖਦੇ ਨੇ ਤੇ ਸੱਚ ਨੂੰ ਹੀ ਬੋਲਦੇ ਨੇ। ਇਹਦਾ ਮਤਲਬ ਇਹ ਹੈ ਵੀ ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਵੀ ਜਿਸ ਪਾਸੇ ਵੀ ਗੁਰਮੁਖਾਂ ਦੀ ਦ੍ਰਿਸ਼ਟੀ ਜਾਂਦੀ ਉਸੇ ਪਾਸੇ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ। ਸੱਚ ਵੇਖਣ ਤੇ ਸੱਚ ਬੋਲਣਾ, ਤੇ ਰਸਨਾ ਤੋਂ ਵੀ ਬੋਲਦੇ ਨੇ ਤਾਂ ਵਾਹਿਗੁਰੂ ਦਾ ਨਾਮ ਹੀ ਬੋਲਦੇ ਨੇ। ਇਉਂ ਗੁਰਮੁਖ ਸੱਚ ਨੂੰ ਹੀ ਵੇਖਦੇ ਨੇ ਤੇ ਸੱਚ ਨੂੰ ਹੀ ਬੋਲਦੇ ਨੇ। ਤਨ ਮਨ ਸੱਚਾ ਹੋਏ ਤੇ ਉਹਨਾਂ ਦਾ ਤਨ ਵੀ ਤੇ ਮਨ ਵੀ ਸੱਚਾ ਹੋ ਜਾਂਦਾ ਹੈ। ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੇ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚੀ ਸਾਖੀ ਉਹਨਾਂ ਗੁਰਮੁਖਾਂ ਦੀ ਪਾਈ ਸਾਖੀ ਵੀ ਸੱਚੀ ਹੁੰਦੀ ਹੈ। ਜਿਹੜੀ ਉਹਨਾਂ ਦੀ ਕਥਾ ਕਹਾਣੀ ਕੋਈ ਉਦਾਹਰਣ ਵੀ ਦਿੰਦੇ ਨੇ ਉਹ ਵੀ ਸੱਚੀ ਹੁੰਦੀ ਹੈ। ਕਿਉਂ? ਸਤਿਗੁਰੂ ਦੇ ਬਚਨ ਹੈ, ਸੰਤਨ ਕੀ ਸੁਣ ਸਾਚੀ ਸਾਖੀ
ਸੋ ਬੋਲਹਿ ਜੋ ਪੇਖੈ ਹੈ ਆਖੀ। ਗੁਰਮੁਖ ਜੇ ਕੋਈ ਸਾਖੀ ਵੀ, ਕੋਈ ਉਦਾਹਰਣ ਵੀ ਦਿੰਦੇ ਨੇ, ਕੋਈ ਪ੍ਰਸੰਗ ਵੀ ਸੁਣਾਉਂਦੇ ਨੇ, ਉਹ ਸੱਚਾ ਹੁੰਦਾ ਹੈ, ਉਹਦੇ ਵਿੱਚੋਂ ਸਿੱਖਿਆ ਮਿਲਦੀ ਹੈ। ਸੱਚੀ ਸਾਖੀ ਉਪਦੇਸ਼ ਸੱਚ, ਉਹਨਾਂ ਦੀ ਸਾਖੀ ਵੀ ਸੱਚੀ ਹੈ ਤੇ ਉਹਨਾਂ ਦਾ ਉਪਦੇਸ਼ ਵੀ ਸੱਚਾ ਹੈ। ਸੱਚੇ ਸੱਚੀ ਸੋਏ, ਉਹਨਾਂ ਸੱਚੇ ਗੁਰਮੁਖਾਂ ਦੀ ਸੱਚੀ ਹੀ ਸੋਭਾ ਹੁੰਦੀ ਹੈ। ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਸੱਚ ਨੂੰ ਵਿਸਾਰ ਦਿੱਤਾ ਹੈ, ਭਾਵ ਸੱਚੇ ਨਾਮ ਨੂੰ ਤੇ ਸੱਚੇ ਅਕਾਲ ਪੁਰਖ ਨੂੰ ਵਿਸਾਰ ਦਿੱਤਾ ਹੈ, ਸੇ ਦੁਖੀਏ ਚੱਲੇ ਰੋਏ। ਭਾਈ ਉਹ ਤੇ ਭਾਈ ਦੁਖੀ ਹੋ ਕੇ ਇਥੋਂ ਰੋਂਦੇ ਹੋਏ ਜਾਂਦੇ ਹਨ। ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਧਿਆਨ ਦੇ ਨਾਲ ਗੱਲ ਸੁਣਨ ਵਾਲੀ ਹੈ। ਹਜ਼ੂਰ ਕਹਿੰਦੇ, ਭਾਈ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਹੀ ਨਹੀਂ ਕੀਤੀ, ਸੇ ਕਿਤ ਆਏ ਸੰਸਾਰ, ਵੀ ਉਹ ਸੰਸਾਰ ਦੇ ਵਿੱਚ ਕਿਸ ਵਾਸਤੇ ਆਏ ਨੇ। ਭਾਵ ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਕੋਈ ਮਹਿਨਾ ਨਹੀਂ ਰਖਾਉਂਦਾ ਤੇ ਉਹਨਾਂ ਦਾ ਆਉਣਾ ਕਦੀ ਸਫਲ ਵੀ ਨਹੀਂ ਹੋ ਸਕਦਾ। ਜਮਦਰ ਬੱਧੇ ਮਾਰੀਐ ਕੂਕ ਨਾ ਸੁਣੈ ਪੁਕਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਐਸੇ ਮਨਮੁਖ ਲੋਕ ਨੇ, ਉਹ ਤੇ ਜਮਾਂ ਦੇ ਦਰ ਦੇ ਉੱਤੇ ਭਾਵ ਧਰਮਰਾਜ ਦੀ ਦਰਗਾਹ ਦੇ ਵਿੱਚ ਬੰਨੇ ਹੋਏ ਮਾਰੀ ਦੇ ਹਨ। ਕੂਕ ਨਾ ਸੁਣੈ ਪੁਕਾਰ, ਉਹਨਾਂ ਦੀ ਕੂਕ ਚੀਕ ਵੀ ਤੇ ਉਹਨਾਂ ਦੀ ਫਰਿਆਦ ਵੀ ਉੱਥੇ ਕੋਈ ਨਹੀਂ ਸੁਣਦਾ। ਬਿਰਥਾ ਜਨਮ ਗਵਾਇਆ ਮਰ ਜੰਮਹਿ ਵਾਰੋ ਵਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਨਮੁਖਾਂ ਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ। ਮਰ ਜੰਮਹਿ ਵਾਰੋ ਵਾਰ, ਉਹ ਤੇ ਭਾਈ ਬਾਰ-ਬਾਰ ਹਮੇਸ਼ਾ ਲਈ ਜੰਮਦੇ ਮਰਦੇ ਰਹਿੰਦੇ ਨੇ, ਕਦੇ ਵੀ ਆਵਾਗਮਨ ਤੋਂ ਜਨਮ ਮਰਨ ਤੋਂ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਇਹੋ ਜਗ ਜਲਤਾ ਦੇਖ ਕੈ ਭਜ ਪਏ ਸਤਿਗੁਰ ਸ਼ਰਣਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਸੰਸਾਰ ਤੇ ਸੜ ਰਿਹਾ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜੈ ਨਾਨਕਾ ਤਰੀਐ ਕਰਮੀ ਲਗ। ਹਜ਼ੂਰ ਕਹਿੰਦੇ, ਜਿਹੜਾ ਸੰਸਾਰ ਹੈ ਈਰਖਾ ਹੰਕਾਰ ਦੀ ਅੱਗ ਵਿੱਚ ਸੜ ਰਿਹਾ ਹੈ ਕਿ ਅਸੀਂ ਸੰਸਾਰ ਸੜਦਾ ਹੋਇਆ ਦੇਖ ਕੇ ਭੱਜ ਪਏ ਸਤਿਗੁਰ ਸਰਣਾ। ਅਸੀਂ ਭੱਜ ਕੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਗਏ ਹਾਂ। ਸਤਿਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਸਾਨੂੰ ਸੱਚਾ ਨਾਮ ਦ੍ਰਿੜ ਕਰਵਾ ਦਿੱਤਾ ਤੇ ਨਾਲ ਇਹ ਵੀ ਦੱਸ ਦਿੱਤਾ ਸਦਾ ਸੱਚ ਸੰਜਮ ਰਹਿਣਾ, ਵੀ ਗੁਰਮੁਖਾ ਹਮੇਸ਼ਾ ਲਈ ਸੱਚੇ ਸੰਜਮ ਦੇ ਵਿੱਚ ਰਹਿਣਾ। ਤੇ ਜਿਹੜਾ ਸਿੱਖੀ ਦਾ ਸੱਚਾ ਸੰਜਮ ਕੀ ਹੈ? ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਪੁਰਸ਼ ਨੇ ਸਤੀ ਬ੍ਰਤ ਧਰਮ ਦੇ ਵਿੱਚ ਪਰਪੱਕ ਰਹਿਣਾ, ਬੀਬੀਆਂ ਨੇ ਪਤੀ ਬ੍ਰਤ ਧਰਮ ਦੇ ਵਿੱਚ ਪਰਪੱਕ ਰਹਿਣਾ। ਇਹ ਜਿਹੜਾ ਸੱਚਾ ਸੰਜਮ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ ਤੇ ਨਾਲ ਇਹ ਵੀ ਹੁਕਮ ਕੀਤਾ ਹੈ ਵੀ ਸਦਾ ਸੱਚ ਸੰਜਮ ਰਹਿਣਾ। ਗੁਰਸਿੱਖਾ ਤੂੰ ਹਮੇਸ਼ਾ ਹੀ ਇਹ ਸੱਚੇ ਸੰਜਮ ਦੇ ਵਿੱਚ ਜ਼ਬਤ ਵਿੱਚ ਰਹਿਣਾ ਹੈ। ਜਿਹੜਾ ਸਿੱਖੀ ਦਾ ਡਿਸਿਪਲਨ ਹੈ ਉਹ ਕਦੇ ਵੀ ਭੰਗ ਨਹੀਂ ਕਰਨਾ। ਸਿੱਖੀ ਦੀ ਮਰਜ਼ਾਦਾ, ਸਿੱਖੀ ਦੀ ਰਹਿਤ ਕਦੇ ਵੀ ਨਹੀਂ ਛੱਡਣੀ। ਕੁਰੈਤਾਂ ਤੋਂ ਬਚ ਕੇ ਰਹਿਣਾ। ਇਸ ਸਤਿਗੁਰੂ ਨੇ ਜਿੱਥੇ ਸੱਚਾ ਨਾਮ ਦ੍ਰਿੜ ਕਰਵਾਇਆ ਹੈ ਉੱਥੇ ਨਾਲ ਸਦਾ ਸੱਚ ਸੰਜਮ ਰਹਿਣਾ। ਹਮੇਸ਼ਾ ਲਈ ਸੱਚੇ ਸੰਜਮ ਸਿੱਖੀ ਦੇ ਨਿਯਮਾਂ ਦੇ ਵਿੱਚ ਵੀ ਰਹਿਣ ਦਾ ਹੁਕਮ ਕੀਤਾ ਹੈ। ਸਤਿਗੁਰ ਸੱਚਾ ਹੈ ਬੋਹਿ ਥਾ ਸ਼ਬਦੇ ਭਵ ਜਲ ਤਰਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਤੇ ਸੱਚਾ ਜਹਾਜ਼ ਹੈ। ਸ਼ਬਦੇ ਭਵ ਜਲ ਤਰਨਾ, ਗੁਰੂ ਕੇ ਸ਼ਬਦ ਦੁਆਰਾ ਹੀ ਇਸ ਭਵ ਸਾਗਰ ਤੋਂ ਭਾਈ ਤਰਨਾ ਹੁੰਦਾ ਹੈ। ਲੱਖ 84 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ 84 ਲੱਖ ਜੂਨਾਂ ਦੇ ਵਿੱਚ ਜੀ ਭਟਕਦੇ ਫਿਰਦੇ ਰਹੇ ਨੇ, ਪਰ ਯਾਦ ਰੱਖੋ ਬਿਨ ਸਤਿਗੁਰ ਮੁਕਤ ਨਾ ਹੋਈ। ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਨਾ ਕਿਸੇ ਦੀ ਪਹਿਲਾਂ ਮੁਕਤੀ ਹੋਈ ਹੈ ਤੇ ਨਾ ਹੀ ਹੁਣ ਹੋ ਸਕਦੀ, ਨਾ ਹੀ ਕਦੀ ਫੇਰ ਹੋਵੇਗੀ। ਪੜ ਪੜ ਪੰਡਤ ਮੋਨੀ ਥਕੇ ਦੂਜੈ ਪਾਏ ਪਤ ਖੋਈ। ਜਿਹੜੇ ਬੜੇ ਬੜੇ ਪੰਡਤ ਵਿਦਵਾਨ ਨੇ ਤੇ ਮੋਨੀ ਦਾ ਅਰਥ ਹੈ ਜਿਹੜੇ ਮੁਨੀ ਲੋਕ ਨੇ,
ਉਹ ਵੀ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਥੱਕ ਗਏ ਨੇ। ਦੂਜੇ ਪਾਏ ਪਥ ਖੋਈ ਤੇ ਉਹਨਾਂ ਦਾ ਵੀ ਵਾਹਿਗੁਰੂ ਨਾਲ ਪ੍ਰੇਮ ਨਹੀਂ ਲੱਗਿਆ। ਦੂਜੇ ਭਾਵ ਦੇ ਵਿੱਚ, ਦੂਜੇ ਮਾਇਆ ਦੇ ਭਾਵ ਪ੍ਰੇਮ ਦੇ ਵਿੱਚ ਹੀ ਖਚਤ ਰਹੇ, ਪਥ ਖੋਈ। ਇਸੇ ਲਈ ਉਹਨਾਂ ਨੇ ਆਪਣੀ ਪਰਲੋਕ ਦੀ ਪਥ ਖਰਾਬ ਕਰ ਲਈ। ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨ ਕੋਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਸਤਿਗੁਰੂ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਪਦੇਸ਼ ਸੁਣਾਇਆ ਹੈ, ਬਿਨ ਸੱਚੇ ਅਵਰ ਨ ਕੋਈ। ਗੁਰਮੁਖੋ, ਸੱਚੇ ਅਕਾਲ ਪੁਰਖ ਤੋਂ ਬਿਨਾ ਵੀ ਤੁਹਾਡਾ ਕੋਈ ਵੀ ਪਰਲੋਕ ਦਾ ਮਿੱਤਰ ਨਹੀਂ ਹੈ ਤੇ ਨਾ ਹੀ ਇਸ ਜੀਵ ਦਾ ਸੱਚਾ ਮਦਦਗਾਰ ਉਸ ਤੋਂ ਬਿਨਾ ਕੋਈ ਹੋ ਸਕਦਾ ਹੈ। ਇਸ ਸਤਿਗੁਰੂ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਸੁਣਾਇਆ ਹੈ, ਬਿਨ ਸੱਚੇ ਅਵਰ ਨ ਕੋਈ। ਬਿਨਾ ਸੱਚੇ ਅਕਾਲ ਪੁਰਖ ਤੋਂ ਹੋਰ ਤੁਹਾਡਾ ਕੋਈ ਵੀ ਵਾਲੀ ਵਾਰਸ ਨਹੀਂ ਹੈ। ਜੋ ਸੱਚੈ ਲਾਏ ਸੇ ਸੱਚ ਲਗੇ, ਨਿਤ ਸੱਚੀ ਕਾਰ ਕਰਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਸਤਿਗੁਰੂ ਨੇ ਸੱਚੇ ਨਾਮ ਦੇ ਵਿੱਚ ਲਾਏ ਨੇ ਸੇ ਸੱਚ ਲੱਗੇ। ਭਾਈ ਉਹ ਸੱਚੇ ਨਾਮ ਦੇ ਵਿੱਚ ਲੱਗੇ ਹੋਏ ਨੇ। ਅਠੇ ਪਹਿਰ ਇਕਤਾ ਲਿਵੈ ਮੰਨੇਨ ਹੁਕਮਾ ਅਪਾਰ, ਨਿਤ ਸੱਚੀ ਕਾਰ ਕਰਨ। ਤੇ ਹਮੇਸ਼ਾ ਲਈ ਭਾਈ ਉਹ ਜਿਹੜੀ ਸੱਚੀ ਕਾਰ ਹੈ ਭਗਤੀ ਦੀ ਸੇਵਾ ਦੀ ਕਰਦੇ ਰਹਿੰਦੇ ਹਨ। ਜਿਨ੍ਹਾਂ ਨਿਜ ਘਰ ਵਾਸਾ ਪਾਇਆ, ਸੱਚੈ ਮਹਿਲ ਰਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਨੇ ਨਿਜ ਘਰ, ਆਪਣੇ ਅਸਲੀ ਘਰ, ਤੁਰਿਆ ਪਦ, ਆਤਮਕ ਅਡੋਲ ਅਵਸਥਾ ਵਿੱਚ ਵਾਸਾ ਹਾਸਲ ਕੀਤਾ ਹੈ। ਸੱਚਾ ਮਹਿਲ ਰਹਨ, ਤੇ ਫਿਰ ਸੱਚੇ ਮਹਿਲ ਅਕਾਲ ਪੁਰਖ ਦੇ ਸੱਚਖੰਡ ਦੇ ਵਿੱਚ ਜੁੜੇ ਰਹਿੰਦੇ ਹਨ। ਨਾਨਕ ਭਗਤ ਸੁਖੀਏ ਸਦਾ, ਸੱਚੈ ਨਾਮ ਰਚਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਭਗਤ ਨੇ ਉਹ ਹਮੇਸ਼ਾ ਲਈ ਸੁਖੀ ਰਹਿੰਦੇ ਨੇ। ਕਿਉਂ? ਸੱਚਾ ਨਾਮ ਰਚਨ। ਉਹ ਸੱਚੇ ਨਾਮ ਦੇ ਵਿੱਚ ਹਮੇਸ਼ਾ ਲਈ ਰਚੇ ਮਿਚੇ ਰਹਿੰਦੇ ਨੇ, ਸੱਚੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ, ਸੱਚੇ ਨਾਮ ਦੇ ਨਾਲ ਤਦਾਕਾਰ ਹੋਏ ਰਹਿੰਦੇ ਨੇ। ਭਾਵ ਸੱਚੇ ਨਾਮ ਦੇ ਵਿੱਚ ਉਹਨਾਂ ਦਾ ਮਨ ਲੀਨ ਹੋਇਆ ਰਹਿੰਦਾ। ਅੱਜ ਜਿਵੇਂ ਛੋਟੇ ਬੱਚੇ ਨੇ ਉਹ ਖੇਡਾਂ ਵਿੱਚ ਪਰਚਤ ਹੁੰਦੇ ਨੇ, ਇਸੇ ਤਰ੍ਹਾਂ ਉਹਨਾਂ ਗੁਰਮੁਖਾਂ ਦੇ ਮਨ ਸੱਚੇ ਨਾਮ ਦੇ ਵਿੱਚ ਤਦਾਕਾਰ ਹੋ ਜਾਂਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜਿਨ੍ਹਾਂ ਨਿਜ ਘਰ ਵਾਸਾ ਪਾਇਆ, ਸੱਚੈ ਮਹਿਲ ਰਹਨ। ਨਾਨਕ ਭਗਤ ਸੁਖੀਏ ਸਦਾ, ਸੱਚੈ ਨਾਮ ਰਚਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।